ਪਿਆਰੇ ਵਿਦਿਆਰਥੀਓ, ਆਪਣਾ ਅੱਜ ਦਾ ਵਿਸ਼ਾ ਹੈ ਜਿਹੜਾ ਉਹ ਹੈਗਾ ਨਾਟਕ ਦੇ ਤੱਤ। ਤਾਂ ਇਸ ਤੋਂ ਪਹਿਲਾਂ ਆਪਾਂ ਕੀਤਾ ਸੀ ਨਾਟਕ ਦੀ ਪਰਿਭਾਸ਼ਾ ਅਤੇ ਉਸ ਦੀ ਪ੍ਰਕਿਰਤੀ। ਤਾਂ ਆਪਾਂ ਅੱਜ ਕਰਨਾ ਹੈ ਨਾਟਕ ਕੀ ਹੈ, ਇੱਕ ਦਰਸ਼ਨੀ ਕਲਾ ਹੈ। ਤਾਂ ਪੱਛਮੀ ਨਾਟਕ ਪਰੰਪਰਾ ਦੇ ਅਨੁਸਾਰ ਜਿਹੜੇ ਨਾਟਕ ਹੈ ਉਸ ਦੇ 6 ਤੱਤ ਮੰਨੇ ਗਏ ਨੇ। ਤਾਂ ਪੱਛਮ ਵਿੱਚ ਨਾਟਕੀ ਸਿਧਾਂਤਾਂ ਬਾਰੇ ਸਭ ਤੋਂ ਜਿਹੜੀ ਪ੍ਰਾਚੀਨ ਸਥਾਪਨਾ ਹੈ ਉਹ ਯੂਨਾਨੀ ਵਿਦਵਾਨ ਅਰਸਤੂ ਦੀ ਹੈ। ਤਾਂ ਉਸਨੇ ਕਥਾਨਕ, ਪਾਤਰ, ਸ਼ੈਲੀ, ਵਿਚਾਰ, ਗੀਤ ਅਤੇ ਸਾਜ਼ ਸਜਾਵਟ ਨੂੰ ਨਾਟਕ ਦੇ ਤੱਤ ਜਿਹੜੇ ਉਹ ਮੰਨੇ ਹੈ। ਪਰ ਅਲੱਗ-ਅਲੱਗ ਵਿਦਵਾਨਾਂ ਨੇ ਨਾਟਕ ਦੇ ਅਲੱਗ-ਅਲੱਗ ਤੱਤ ਨੇ ਜਿਹੜੇ ਉਹ ਮੰਨੇ ਨੇ। ਪਰ ਹੁਣ ਜਿਹੜੇ ਮੁੱਖ ਤੌਰ 'ਤੇ ਨਾਟਕ ਦੇ 6 ਤੱਤ ਮੰਨੇ ਗਏ ਨੇ, ਜਿਨ੍ਹਾਂ ਦੇ ਵਿੱਚ ਵਸਤੂ ਵਿਧਾਨ ਜਾਂ ਪਲਾਂਟ, ਚਰਿੱਤਰ ਚਿਤਰਨ, ਵਾਰਤਾਲਾਪ, ਦੇਸ਼ ਕਾਲ, ਵਾਤਾਵਰਨ, ਭਾਸ਼ਾ ਸ਼ੈਲੀ ਅਤੇ ਉਦੇਸ਼। ਤਾਂ ਆਪਾਂ ਕਰਨਾ ਹੈ ਵਸਤੂ ਵਿਧਾਨ ਜਾਂ ਪਲਾਂਟ ਹੁੰਦਾ ਕੀ ਹੈ। ਤਾਂ ਅਰਸਤੂ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਨਾਟਕ ਦੇ ਵਿੱਚ ਕਥਾ ਵਸਤੂ ਦਾ ਜਿਹੜਾ ਮਹੱਤਵ ਹੈ ਉਹ ਸਵੀਕਾਰ ਕੀਤਾ ਗਿਆ, ਕਿਉਂਕਿ ਨਾਟਕ ਹੈ ਜਿਹੜਾ ਉਹ ਇੱਕ ਹੁਨਰੀ ਕਲਾ ਹੈ। ਇਸ ਦਾ ਭਾਵ ਕਿ ਇੱਕ ਦਰਸ਼ਨੀ ਕਲਾ ਹੈ। ਇਸ ਦਾ ਸੰਬੰਧ ਸਟੇਜ ਨਾਲ ਹੈ, ਕਿਉਂਕਿ ਨਾਟਕਕਾਰ ਨੇ ਜਿਹੜਾ ਨਾਟਕ ਹੈ ਉਹ ਨਿਸ਼ਚਿਤ ਸਮੇਂ ਦੇ ਵਿੱਚ ਸਟੇਜ ਦੇ ਉੱਤੇ ਖੇਡਣਾ ਹੁੰਦਾ ਹੈ। ਤਾਂ ਇਸ ਕਰਕੇ ਜਿਹੜਾ ਨਾਟਕਕਾਰ ਹੈ ਉਹ ਕਥਾ ਵਸਤੂ ਦੀ ਚੋਣ ਦਾ ਖੇਤਰ ਵਿਸ਼ਾਲ ਹੋਣ ਕਰਕੇ ਜਿਹੜਾ ਨਾਟਕਕਾਰ ਹੈ ਉਸ ਨੂੰ ਉਸ ਵਿਸ਼ੇ ਦਾ ਭਰਪੂਰ ਗਿਆਨ ਹੈ ਜਿਹੜਾ ਉਹ ਹੋਣਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਦੇ ਦਰਸ਼ਕ ਨੇ ਜਿਹੜੇ ਉਹ ਪੜ੍ਹੇ ਲਿਖੇ ਨੇ ਅਤੇ ਜਾਗਰੂਕ ਨੇ, ਅਤੇ ਨਾ ਹੀ ਉਹਨਾਂ ਕੋਲ ਇੰਨਾ ਟਾਈਮ ਹੈ ਕਿ ਉਹ ਬੇਤੁਕੇ ਨਾਟਕ ਨੇ ਜਿਹੜੇ ਉਹਨਾਂ ਨੂੰ ਦੇਖ ਸਕਣ। ਤਾਂ ਇਸ ਕਰਕੇ ਜਿਹੜਾ ਨਾਟਕ ਦਾ ਪਲਾਂਟ, ਗੋਂਦ, ਆਪਾਂ ਇਹਨੂੰ ਕਹਿ ਦਿੰਦੇ ਹਾਂ ਗੋਂਦ ਜਾਂ ਵਿਸ਼ਾ ਵਸਤੂ, ਤਾਂ ਉਹ ਸਾਰਥਕ ਹੋਣਾ ਚਾਹੀਦਾ ਹੈ। ਉਸ ਦਾ ਸੰਬੰਧ ਹੈ ਜਿਹੜਾ ਉਹ ਮੁੱਖ ਪਾਤਰ ਨਾਲ ਹੋਣਾ ਚਾਹੀਦਾ ਹੈ, ਵਧੀਆ ਹੋਣਾ ਚਾਹੀਦਾ, ਉਹ ਰੌਚਕ ਹੋਣਾ ਚਾਹੀਦਾ, ਤਾਂ ਕਿ ਦੇਖਣ ਵਾਲੇ ਨੂੰ ਉਹ ਪ੍ਰਭਾਵਿਤ ਕਰ ਸਕੇ। ਤਾਂ ਇਸ ਤਰ੍ਹਾਂ ਜਿਹੜੇ ਨਾਟਕ ਨੇ, ਨਾਟਕ ਦਾ ਵਿਸ਼ਾ ਵਸਤੂ ਜਾਂ ਵਿਧਾਨ ਪਲਾਂਟ ਹੈ ਜਿਹੜਾ ਉਹ ਵਧੀਆ ਹੋਣਾ ਚਾਹੀਦਾ, ਜੋ ਕਿ ਦਰਸ਼ਕ ਨੂੰ ਪ੍ਰਭਾਵਿਤ ਕਰ ਸਕੇ। ਤਾਂ ਨਾਟਕ ਜਾਂ ਪਲਾਂਟ ਦੇ ਵਿੱਚ 2 ਪ੍ਰਕਾਰ ਦੀਆਂ ਕਥਾਵਾਂ ਹੁੰਦੀਆਂ ਨੇ, ਮੁੱਖ ਕਥਾ ਅਤੇ ਗੌਣ ਕਥਾ। ਜਿਹੜੀ ਮੁੱਖ ਕਥਾ ਹੁੰਦੀ ਹੈ ਅਤੇ ਉਸ ਦਾ ਸੰਬੰਧ ਹੁੰਦਾ ਜਿਹੜਾ ਉਹ ਨਾਇਕ ਨਾਲ ਹੁੰਦਾ, ਮੁੱਖ ਪਾਤਰ ਨਾਲ ਹੁੰਦਾ। ਤਾਂ ਇਸ ਤਰ੍ਹਾਂ ਜਿਹੜੀਆਂ ਬਾਕੀ ਕਥਾਵਾਂ ਨੇ, ਗੌਣ ਕਥਾ ਹੈ ਜਿਹੜੀ ਉਹ ਵੀ ਨਾਟਕ ਦੇ ਵਿੱਚ ਨਾਲ ਚੱਲਦੀ ਰਹਿੰਦੀ ਹੈ। ਤਾਂ ਆਧੁਨਿਕ ਨਾਟ ਸ਼ਾਸਤਰੀਆਂ ਨੇ ਜਿਹੜੇ ਨਾਟਕ ਦੀਆਂ 6 ਅਵਸਥਾਵਾਂ ਮੰਨੀਆਂ ਨੇ, ਜਿਨ੍ਹਾਂ ਦੇ ਵਿੱਚ ਪ੍ਰਸਤਾਵਨਾ ਅਤੇ ਇਸ ਤੋਂ ਇਲਾਵਾ 5 ਭਾਗ ਮੰਨੇ ਨੇ, ਜਿਵੇਂ ਆਰੰਭਕ ਅਵਸਥਾ, ਸੰਘਰਸ਼ ਦਾ ਵਿਕਾਸ, ਸਿਖਰ, ਸੰਘਰਸ਼ ਤੋਂ ਖਲਾਸੀ ਅਤੇ ਸਮਾਪਤੀ। ਇਹਨਾਂ ਬਾਰੇ ਉਸਨੇ ਨਾਟਕਕਾਰ ਦੀ ਜਿਹੜੇ ਵਿਸ਼ੇਸ਼ ਤੱਤ ਨੇ ਜਿਹੜੇ ਪਲਾਂਟ ਦੇ ਉਹ ਮੰਨੇ ਨੇ। ਤਾਂ ਇਸ ਤੋਂ ਇਲਾਵਾ ਨਾਟਕ ਦੇ ਵਿੱਚ 3 ਏਕਤਾਵਾਂ ਦਾ ਜ਼ਰੂਰੀ ਹੈ, ਜਿਵੇਂ ਸਮੇਂ ਦੀ ਏਕਤਾ, ਸਥਾਨ ਦੀ ਏਕਤਾ ਅਤੇ ਪ੍ਰਭਾਵ ਦੀ ਏਕਤਾ। ਸਮੇਂ ਦਾ ਭਾਵ ਕਿ ਉਤਨੀਆਂ ਹੀ ਘਟਨਾਵਾਂ ਉਹਦੇ ਵਿੱਚ ਹੋਣ ਜਿੰਨੀਆਂ ਨੂੰ ਇੱਕੋ ਸਮੇਂ ਸਟੇਜ ਦੇ ਉੱਤੇ ਨਿਪਟਿਆ ਜਾ ਸਕੇ। ਸਥਾਨ ਭਾਵ ਰੰਗਮੰਚ ਦੀ ਜਿਹੜੀ ਅਦਲਾ ਬਦਲੀ ਉਹ ਨਾ ਹੋਵੇ। ਅਤੇ ਕਾਰਜ ਦੀ ਏਕਤਾ ਤੋਂ ਭਾਵ ਹੈ ਕਿ ਨਾਟਕ ਦੇ ਵਿੱਚ ਮੁੱਖ ਕਾਰਜ ਨਾਲ ਨਾ ਸੰਬੰਧ ਰੱਖਣ ਵਾਲੇ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਨਾਟਕ ਦੇ ਵਿੱਚ ਨਾ ਸਮੋਇਆ ਜਾਵੇ। ਅਤੇ ਉਸ ਤੋਂ ਅੱਗੇ ਆ ਗਿਆ ਚਰਿੱਤਰ ਚਿਤਰਨ, ਪਾਤਰ ਉਸਾਰੀ, ਕਿ ਨਾਟਕ ਦੇ ਵਿੱਚ 2 ਤਰ੍ਹਾਂ ਦੇ ਪਾਤਰ ਹੁੰਦੇ ਨੇ, ਇੱਕ ਵਰਗ ਪਾਤਰ, ਦੂਜੇ ਵਿਅਕਤੀ ਪਾਤਰ। ਤਾਂ ਜਿਹੜੇ ਇਹ ਪਾਤਰ ਨੇ ਇਹਨਾਂ ਦੁਆਰਾ ਹੀ ਨਾਟਕ ਹੈ, ਇਹਨਾਂ ਦੇ ਵਾਰਤਾਲਾਪ ਦੁਆਰਾ ਹੀ ਨਾਟਕ ਅੱਗੇ ਚੱਲਦਾ। ਤਾਂ ਜਿਹੜੀ ਪਾਤਰ ਉਸਾਰੀ ਹੈ ਉਸ ਦੇ ਵਿੱਚ ਨਾਟਕ ਦੇ ਵਿੱਚ ਨਾਇਕ, ਖਲਨਾਇਕ ਨੇ ਜਿਹੜੇ ਉਹ ਸ਼ਾਮਲ ਹੁੰਦੇ ਨੇ। ਤਾਂ ਪਾਤਰ ਉਸਾਰੀ ਜਿਹੜੀ ਯਥਾਰਥਕ ਢੰਗ ਦੀ ਹੋਣੀ ਚਾਹੀਦੀ ਹੈ। ਪਾਤਰਾਂ ਰਾਹੀਂ ਮਨੁੱਖ ਦੀਆਂ ਰੁਚੀਆਂ, ਗਲਤੀਆਂ, ਭੁਲੇਖਿਆਂ, ਮਾਨਸਿਕ ਗੁੰਝਲਾਂ ਦਾ ਇਸ ਢੰਗ ਨਾਲ ਜਿਹੜਾ ਚਿਤਰਨ ਹੋਣਾ ਚਾਹੀਦਾ ਕਿ ਜਿਹੜੇ ਪਾਤਰ ਨੇ ਸਾਨੂੰ ਸੁਭਾਵਿਕ ਅਤੇ ਜਿਹੜੇ ਜੀਵਤ ਨੇ ਉਹ ਜਾਪਣ। ਤਾਂ ਪਾਤਰ ਉਸਾਰੀ ਦਾ ਜਿਹੜਾ ਸਾਧਨ ਹੈ ਉਹ ਵਾਰਤਾਲਾਪ ਹੈ, ਕਿਉਂਕਿ ਵਾਰਤਾਲਾਪ ਦੁਆਰਾ ਹੀ ਜਿਹੜਾ ਨਾਟਕ ਹੈ ਉਹ ਅੱਗੇ ਵੱਧਦਾ ਹੈ। ਤਾਂ ਇਸ ਤੋਂ ਇਲਾਵਾ ਜਿਹੜੇ ਪਾਤਰਾਂ ਦੇ ਕਿਸੇ ਕਾਰਜ ਜਾਂ ਵਿਹਾਰ ਤੋਂ ਵੀ ਉਸਦੇ ਸਰੂਪ ਦੀ ਉਸਾਰੀ ਕੀਤੀ ਜਾ ਸਕਦੀ ਹੈ। ਤਾਂ ਇਸ ਤਰ੍ਹਾਂ ਜਿਹੜਾ ਪਾਤਰ ਨੇ ਉਹਨਾਂ ਦਾ ਵਿਸ਼ੇਸ਼ ਰੋਲ ਨਾਟਕ ਦੇ ਵਿੱਚ ਹੈ। ਵਾਰਤਾਲਾਪ ਕੀ ਨੇ? ਨਾਟਕ ਦੇ
ਦਾ ਪ੍ਰਮੁੱਖ ਤੱਤ ਮੰਨਿਆ, ਕਿਉਂਕਿ ਵਾਰਤਾਲਾਪ ਤੋਂ ਬਿਨਾਂ ਜਿਹੜਾ ਨਾਟਕ ਹੈ ਉਹ ਅੱਗੇ ਨਹੀਂ ਵੱਧ ਸਕਦਾ। ਅਤੇ ਰੰਗਮੰਚ ਉੱਤੇ ਉਹੀ ਨਾਟਕ ਸਫਲ ਹੋ ਸਕਦਾ ਜਿਸ ਦਾ ਵਾਰਤਾਲਾਪ ਹੈ ਜਿਹੜਾ ਉਹ ਸੰਖੇਪ ਹੋਵੇ, ਚੁਸਤ ਹੋਵੇ, ਢੁਕਵਾਂ ਹੋਵੇ। ਵਾਰਤਾਲਾਪ ਨੇ ਜਿਹੜੇ ਉਹ ਸਰਲ ਅਤੇ ਸਪਸ਼ਟ ਹੋਣੇ ਚਾਹੀਦੇ ਹਨ। ਜਿਹੜੇ ਨਾਟਕ ਦੇ ਪਾਤਰ ਨੇ ਉਹ ਵਾਰਤਾਲਾਪ ਦੁਆਰਾ ਹੀ ਨਾਟਕ ਨੂੰ ਅੱਗੇ ਤੋਰਦੇ ਨੇ। ਤਾਂ ਵਾਰਤਾਲਾਪਾਂ ਦੇ ਉੱਤੇ ਹੀ ਜਿਹੜੀ ਨਾਟਕ ਦੀ ਸਫਲਤਾ ਹੈ ਉਹ ਟਿਕੀ ਹੁੰਦੀ ਹੈ। ਤਾਂ ਇਸ ਤਰ੍ਹਾਂ ਜਿਹੜੇ ਵਾਰਤਾਲਾਪ ਨੇ ਉਹ ਪਾਤਰਾਂ ਦੇ ਅਨੁਕੂਲ ਹੋਣੇ ਚਾਹੀਦੇ ਨੇ। ਉਹਨਾਂ ਦੀ ਭਾਸ਼ਾ ਹੈ ਜਿਹੜੀ ਉਹ ਸ਼ੁੱਧ ਅਤੇ ਸਪਸ਼ਟ ਹੋਣੀ ਚਾਹੀਦੀ ਹੈ। ਨਾਟਕਕਾਰ ਨੂੰ ਭਾਸ਼ਾ ਦੇ ਦੇਸੀ, ਸਾਹਿਤਕ, ਗੰਭੀਰ, ਸਰਲ ਆਦਿ ਸਾਰੇ ਰੂਪਾਂ ਦੀ ਜਾਣਕਾਰੀ ਹੋਣੀ ਬਹੁਤ ਹੀ ਜ਼ਰੂਰੀ ਹੈ। ਉਸ ਤੋਂ ਅੱਗੇ ਆ ਗਿਆ ਦੇਸ਼, ਕਾਲ ਜਾਂ ਵਾਤਾਵਰਨ। ਨਾਟਕਕਾਰ ਨੂੰ ਰੰਗਮੰਚ ਤੇ ਕਥਾ ਵਸਤੂ ਦੇ ਦੇਸ਼ ਤੇ ਕਾਲ ਅਨੁਸਾਰ ਵਾਤਾਵਰਨ ਦੀ ਸ੍ਰਿਸ਼ਟੀ ਕਰਨੀ ਹੋਣੀ ਚਾਹੀਦੀ ਹੈ। ਭਾਵ ਜਿਸ ਦੇਸ਼ ਜਾਂ ਕਾਲ ਨਾਲ ਨਾਟਕ ਦੀ ਕਥਾ ਦਾ ਸੰਬੰਧ ਹੈ ਉਸ ਦੇ ਸਹੀ ਚਿੱਤਰ ਤੋਂ ਬਿਨਾਂ ਨਾਟਕ ਸਫਲ ਨਹੀਂ ਹੋ ਸਕਦਾ। ਵਾਤਾਵਰਨ ਦੀ ਢੁਕਵੀਂ ਸਿਰਜਣਾ, ਪਾਤਰਾਂ ਦੇ ਵਸਤਰਾਂ, ਉਹਨਾਂ ਦੀ ਭਾਸ਼ਾ, ਉਹਨਾਂ ਦੀ ਸਮਕਾਲੀ ਅਵਸਥਾ। ਹੁਣ ਰਾਜੇ ਲਈ ਰਾਜੇ ਦੇ ਵਸਤਰ, ਮੰਗਤੇ ਲਈ ਮੰਗਤੇ ਦੇ ਵਸਤਰ ਸਹੀ ਵਾਤਾਵਰਨ ਪੇਸ਼ ਕਰਦੇ ਨੇ। ਪੜ੍ਹੇ ਅਤੇ ਅਨਪੜ੍ਹਾਂ ਦੇ ਆਪਸ ਦੇ ਵਿੱਚ ਬੋਲੀ ਦਾ ਫਰਕ ਹੈ ਉਹ ਉਸ ਨਾਟਕ ਦੇ ਵਿੱਚ ਸ਼ਾਮਲ ਹੈ। ਭਾਵ ਕਿ ਜਿਵੇਂ ਨਾਟਕ ਹੈ ਜਿਹੜਾ ਉਸ ਦੇ ਵਿੱਚ ਬਹੁਤ ਹੀ ਕੋਈ ਗੰਭੀਰ ਗੱਲ ਚੱਲ ਰਹੀ ਹੈ ਤਾਂ ਉਸ ਦੇ ਪਾਤਰ ਜਾਂ ਅਜਿਹੇ ਨਹੀਂ ਹੋਣੇ ਚਾਹੀਦੇ ਕਿ ਉਹ ਆ ਕੇ ਉਸ ਦੇ ਵਿੱਚ ਹੱਸ ਪੈਣ। ਤਾਂ ਸਮੇਂ ਦੀ ਸਥਿਤੀ ਦੇ ਅਨੁਸਾਰ ਉਸ ਵਾਤਾਵਰਨ ਹੈ ਜਿਹੜਾ ਉਹ ਨਾਟਕਕਾਰ ਹੈ ਜਿਹੜਾ ਉਹ ਆਪਣੇ ਨਾਟਕ ਦੇ ਵਿੱਚ ਬਦਲਦਾ ਹੈ। ਤਾਂ ਇਸ ਤਰ੍ਹਾਂ ਅੱਗੇ ਆ ਗਈ ਭਾਸ਼ਾ ਸ਼ੈਲੀ। ਤਾਂ ਆਪਾਂ ਵਾਰਤਾਲਾਪ ਬਾਰੇ ਦੱਸਿਆ ਸੀ ਕਿ ਵਾਰਤਾਲਾਪ ਨੇ ਜਿਹੜੇ ਉਹ ਨਾਟਕ ਦਾ ਪ੍ਰਾਣ ਨੇ। ਵਾਰਤਾਲਾਪ ਤਾਂ ਹੀ ਅੱਗੇ ਜਾ ਸਕਦੇ ਨੇ ਜੇ ਵਾਰਤਾਲਾਪਕਾਰ ਦੀ ਭਾਸ਼ਾ ਹੈ ਜਿਹੜੀ ਸ਼ੈਲੀ ਹੈ ਉਹ ਵਧੀਆ ਹੋਊਗੀ। ਜੇ ਸ਼ੈਲੀ ਢੁਕਵੀਂ ਹੋਊਗੀ ਤਾਂ ਵਾਰਤਾਲਾਪ ਵੀ ਢੁਕਵੇਂ ਹੋਣਗੇ। ਤਾਂ ਜਿਹੜੀ ਨਾਟਕ ਦੀ ਭਾਸ਼ਾ ਹੈ ਉਹ ਸਰਲ ਹੋਣੀ ਚਾਹੀਦੀ ਹੈ, ਭਾਵ ਅਨੁਕੂਲ ਹੋਣੀ ਚਾਹੀਦੀ ਹੈ, ਉਸਦੇ ਅਰਥ ਸਪਸ਼ਟ ਹੋਣੇ ਚਾਹੀਦੇ ਨੇ, ਉਹ ਰੌਚਕ ਹੋਣੀ ਚਾਹੀਦੀ ਹੈ। ਅਤੇ ਇਹ ਨਾ ਹੋਵੇ ਕਿ ਵਾਕ ਨੇ ਜਿਹੜੇ ਉਹ ਬਹੁਤ ਜ਼ਿਆਦਾ ਲੰਬੇ ਹੋਣ ਕਿ ਜਿਹੜਾ ਨਾਟਕ ਦੇਖਣ ਵਾਲਾ ਹੈ ਤਾਂ ਉਹ ਉਸ ਦੇ ਉੱਤੋਂ ਜਿਹੜੀ ਬੇਚੈਨੀ ਜਾਂ ਬੋਰਿੰਗ ਦੀ ਸਥਿਤੀ ਹੈ ਜਿਹੜੀ ਉਹ ਅਨੁਭਵ ਕਰੇ। ਤਾਂ ਲੋੜ ਅਨੁਸਾਰ ਗੀਤਾਂ ਦੀ ਵਰਤੋਂ, ਕਿਤੇ ਨਾਚ ਅਤੇ ਦ੍ਰਿਸ਼ ਪੇਸ਼ ਕਰਨਾ, ਇਹ ਸਾਰਾ ਕੁਛ ਨਾਟਕ ਦੇ ਵਿੱਚ ਸ਼ਾਮਲ ਹੈ। ਤਾਂ ਉਦੇਸ਼, ਤਾਂ ਦੇਖੋ ਕੋਈ ਨਾ ਸਾਹਿਤ ਦਾ ਚਾਹੇ ਕੋਈ ਵੀ ਰੂਪ ਹੈ ਤਾਂ ਉਸ ਨੂੰ ਰਚਣ ਦਾ ਕੋਈ ਨਾ ਕੋਈ ਉਦੇਸ਼ ਹੁੰਦਾ ਹੈ। ਤਾਂ ਨਾਟਕ ਦਾ ਉਦੇਸ਼ ਵੀ ਜੀਵਨ ਦੀ ਵਿਆਖਿਆ ਕਰਨਾ ਹੈ। ਪਰ ਬਾਕੀ ਸਾਹਿਤ ਰੂਪਾਂ ਨਾਲੋਂ ਨਾਟਕ ਰਾਹੀਂ ਇਹ ਵਿਆਖਿਆ ਅਧਿਕ ਪ੍ਰਭਾਵਸ਼ਾਲੀ ਹੁੰਦੀ ਹੈ ਕਿਉਂਕਿ ਇਹ ਰੰਗ ਮੰਚ ਰਾਹੀਂ ਪੇਸ਼ ਹੁੰਦਾ ਹੈ ਅਤੇ ਰੰਗ ਮੰਚ ਰਾਹੀਂ ਪੇਸ਼ ਹੋ ਕੇ ਇਹ ਨਾਟਕਕਾਰ ਹੈ ਜਿਹੜਾ ਉਹ ਸਰੋਤਿਆਂ ਦੇ ਉੱਤੇ, ਨਾਟਕ ਦੇਖਣ ਵਾਲਿਆਂ ਦੇ ਉੱਤੇ ਜ਼ਿਆਦਾ ਪ੍ਰਭਾਵ ਹੈ ਜਿਹੜਾ ਉਹ ਪਾਉਂਦਾ ਹੈ। ਤਾਂ ਕਲਾ ਲਈ ਦੀ ਮਾਨਤਾ ਉਦੇਸ਼ ਦੇ ਤੱਤ ਦੇ ਮਹੱਤਵ ਨੂੰ ਘੱਟ ਕਰਦੀ ਹੈ। ਕੋਈ ਵੀ ਕੰਮ ਉਦੇਸ਼ ਹੈ ਜਿਹੜਾ ਹਰ ਇੱਕ ਜਿਹੜਾ ਨਾਟਕਕਾਰ ਹੈ ਉਹ ਆਪਣਾ ਨਾਟਕ ਹੈ ਜਿਹੜਾ ਉਹ ਕਿਸੇ ਨਾ ਕਿਸੇ ਉਦੇਸ਼ ਨੂੰ ਹੀ ਮਿੱਥ ਕੇ ਆਰੰਭ ਕਰਦਾ ਹੈ। ਜੇ ਕਹਿੰਦੇ ਕਿ ਵੀ ਕੋਈ ਨਾਟਕ ਦਾ ਕੋਈ ਉਦੇਸ਼ ਹੀ ਨਾ ਹੋਇਆ ਤਾਂ ਫਿਰ ਉਸ ਨਾਟਕ ਦਾ ਲਾਭ ਕੀ ਹੋਇਆ। ਜੇ ਕਹਿੰਦੇ ਉਹ ਆਪਣਾ ਮਨੋਰਥ ਹੈ ਜਿਹੜਾ ਆਪਣਾ ਉਦੇਸ਼ ਹੈ ਦਰਸ਼ਕਾਂ ਸਾਹਮਣੇ ਨਾਟਕ ਦੇ ਰਾਹੀਂ ਪੇਸ਼ ਹੀ ਨਾ ਕਰ ਸਕਿਆ ਤਾਂ ਉਸ ਨਾਟਕ ਦਾ ਕੋਈ ਸਾਰਥਕ ਅਰਥ ਹੈ ਜਿਹੜਾ ਉਹ ਨਹੀਂ ਰਹਿ ਜਾਂਦਾ। ਤਾਂ ਇਹਨਾਂ ਤੱਤਾਂ ਤੋਂ ਇਲਾਵਾ ਨਾਟਕ ਦਾ ਜਿਹੜਾ ਮੁੱਖ ਤੱਤ ਹੈ, ਨਾਟਕ ਕੀ ਹੈ, ਇੱਕ ਦਰਸ਼ਨੀ ਕਲਾ ਹੈ ਜਿਸ ਨੂੰ ਸਟੇਜ ਉੱਤੇ, ਰੰਗਮੰਚ ਦੇ ਉੱਤੇ ਖੇਡਿਆ ਜਾਂਦਾ ਹੈ। ਤਾਂ ਨਾਟਕ ਦਾ ਜਿਹੜਾ ਇੱਕ ਹੋਰ ਤੱਤ ਹੈ ਉਹ ਹੈਗਾ ਰੰਗ ਸੰਕੇਤ ਅਤੇ ਰੰਗਮੰਚ। ਹੁਣ ਜਿਹੜਾ ਨਾਟਕ ਹੈ ਉਹ ਰੰਗਮੰਚ ਉੱਪਰ ਖੇਡਿਆ ਜਾਣ ਵਾਲਾ ਸਾਹਿਤਕ ਰੂਪ ਹੈ ਅਤੇ ਇਸ ਦੀ ਸਫਲਤਾ ਹੈ ਜਿਹੜੀ ਉਹ ਇਸ ਨੂੰ ਖੇਡਣ ਵਾਲਿਆਂ ਉੱਤੇ ਹੀ ਨਿਰਭਰ ਕਰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਨਾਟਕ ਹੈ ਜਿਹੜਾ ਉਹ ਰੰਗਮੰਚ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਲਿਖਿਆ ਜਾਵੇ ਅਤੇ ਇਸ ਲਈ ਰੰਗ ਸੰਕੇਤ ਦਿੱਤੇ ਜਾਣ ਕਿਉਂਕਿ ਕੋਈ ਵੀ ਨਾਟਕ ਹੈ ਜਿਹੜਾ ਉਹ ਸਿਰਫ ਲਿਖਣ ਤੱਕ ਹੀ ਸੰਪੂਰਨਤਾ ਪ੍ਰਾਪਤ ਨਹੀਂ ਕਰ ਲੈਂਦਾ। ਉਦੋਂ ਤੱਕ ਜਿਹੜਾ ਨਾਟਕ ਹੈ ਉਹ ਸੰਪੂਰਨ ਨਹੀਂ ਹੁੰਦਾ ਜਦੋਂ ਤੱਕ ਉਹ ਰੰਗਮੰਚ ਜਾਂ ਸਟੇਜ ਦੇ ਉੱਤੇ ਖੇਡਿਆ ਨਹੀਂ ਜਾ ਸਕਦਾ। ਤਾਂ ਇਸ ਤਰ੍ਹਾਂ ਹੋਰਨਾਂ ਸਾਹਿਤ ਰੂਪਾਂ ਨਾਲੋਂ ਨਾਟਕ ਦੀ ਜਿਹੜੀ ਇੱਕ ਵਿਸ਼ੇਸ਼ਤਾ ਹੈ ਕਿ ਇੱਕ ਦਰਸ਼ਨੀ ਕਲਾ ਹੈ। ਇਹ ਸਰੋਤਿਆਂ 'ਤੇ, ਦਰਸ਼ਕਾਂ 'ਤੇ ਹੋਰਨਾਂ ਸਾਹਿਤ ਰੂਪਾਂ ਨਾਲੋਂ ਜ਼ਿਆਦਾ ਪ੍ਰਭਾਵ ਪਾਉਂਦੀ ਹੈ। ਤਾਂ ਇਹ ਨਾਟਕ ਦੇ ਮੁੱਖ ਤੱਤ ਨੇ ਜਿਹੜੇ ਉਹ ਮੰਨੇ ਗਏ ਨੇ ਜਿਨ੍ਹਾਂ ਨਾਲ ਜਿਹੜਾ ਨਾਟਕ ਹੈ ਹੋਂਦ ਦੇ ਵਿੱਚ ਆਉਂਦਾ ਹੈ, ਜਿਨ੍ਹਾਂ ਤੋਂ ਬਿਨਾਂ ਨਾਟਕ ਦੀ ਕਲਪਨਾ ਹੈ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ। ਤਾਂ ਇਸ ਤਰ੍ਹਾਂ ਇਹ ਜਿਹੜੇ ਤੱਤ ਨੇ
ਇਹ ਇਸ ਨਾਟਕ ਦੇ ਮੁੱਖ ਤੱਤ ਪੱਛਮੀ ਯੂਨਾਨੀ ਜਿਹੜੀ ਪਰੰਪਰਾ ਹੈ ਉਸ ਦਾ ਜਿਹੜਾ ਵਿਦਵਾਨ ਹੈ ਅਰਸਤੂ ਪੱਛਮੀ ਪਰੰਪਰਾ, ਤਾਂ ਉਸ ਦੇ ਅਨੁਸਾਰ ਇਹਨਾਂ ਨਾਟਕਾਂ ਦੇ ਜਿਹੜੇ ਇਹ ਤੱਤ ਨੇ ਉਹ ਮੁੱਖ ਮੰਨੇ ਗਏ ਨੇ। ਤਾਂ ਇਸ ਤੋਂ ਅੱਗੇ ਆਪਾਂ ਜਿਹੜਾ ਕਰਨਾ ਹੈ ਉਹ ਹੈਗਾ ਰੰਗਮੰਚ ਅਤੇ ਨਾਟਕ, ਭਾਵ ਨਾਟਕ ਅਤੇ ਰੰਗਮੰਚ ਦਾ ਆਪਸ ਦੇ ਵਿੱਚ ਕੀ ਸੰਬੰਧ ਹੈ। ਥੈਂਕ ਯੂ।